ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ। ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਮਨ ਮੇਰੇ ਭਜ ਸਤਿਗੁਰ ਸਰਣਾ। ਗੁਰ ਪ੍ਰਸਾਦੀ ਛੁਟੀਐ ਬਿਖ ਭਵਜਲ ਸ਼ਬਦ ਗੁਰ ਤਰਨਾ। ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 33 ਦੇ ਉੱਪਰ ਸ਼ੋਭਾਇਮਾਨ ਹੈ। ਅੱਜ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਫਿਰ ਲੜੀ ਦੇ ਅੰਦਰ ਪਾਵਨ ਬਚਨ ਜੋੜਿਆ ਔਰ ਮਨ ਨੂੰ ਸੰਬੋਧਨ ਕੀਤਾ। ਤੇ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਅਮਰਦਾਸ ਜੀ ਗੁਰੂ ਕੀ ਸ਼ਰਨ ਵਿੱਚ ਪੈਣ ਦੀ ਬਾਤ ਕਰ ਰਹੇ ਹੈ। ਗੁਰੂ ਕੀ ਸ਼ਰਨ ਵਿੱਚ ਪੈ ਕੇ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਧਿਆਉਣ ਵਾਸਤੇ, ਆਰਾਧਨ ਵਾਸਤੇ ਪ੍ਰੇਰਿਤ ਕਰ ਰਹੇ ਵੀ ਗੁਰੂ ਕੀ ਸ਼ਰਨ ਵਿੱਚ ਪੈ ਜਾ। ਤੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਤੇ ਰੱਬ ਨੂੰ ਭਜ, ਅਕਾਲ ਪੁਰਖ ਪਰਮੇਸ਼ਵਰ ਨੂੰ ਚੇਤੇ ਕਰ। ਜਿਹਨੂੰ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਆਖਦੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ।
ਗੁਰੂ ਕੀ ਸ਼ਰਨ ਵਿੱਚ ਪੈ ਕੇ ਤੇ ਇਸ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਕਹਿੰਦੇ ਭਜ ਸਤਿਗੁਰ ਸ਼ਰਨਾ। ਗੁਰੂ ਕੀ ਸ਼ਰਨ ਵਿੱਚ ਪੈ ਕੇ ਭਜ, ਰੱਬ ਨੂੰ ਆਰਾਧ, ਚੇਤੇ ਕਰ। ਭਜ ਮਤਲਬ ਚੇਤੇ ਕਰਨਾ, ਭਜਨਾ, ਆਰਾਧਨਾ। ਕਹਿੰਦੇ ਮੇਰੇ ਮਨਾ, ਮੇਰੀ ਇਸ ਵਿਚਾਰ ਨੂੰ ਸੁਣ। ਸੁਣ ਮਨ ਮੇਰੇ, ਹੇ ਮੇਰੇ ਮਨ ਸੁਣ। ਭਜ, ਭਜਿਆ ਕਰ, ਚੇਤੇ ਕਰਿਆ ਕਰ। ਸਤਿਗੁਰ ਸ਼ਰਨਾ, ਗੁਰੂ ਦੀ ਸ਼ਰਨ ਵਿੱਚ ਆ ਕੇ ਭਜਿਆ ਕਰ। ਆਪਣੀ ਮਰਜ਼ੀ ਨਾਲ ਨਾ ਭਜੀ, ਕਿਉਂਕਿ ਬਾਕੀ ਸਾਰੇ ਦੇ ਸਾਰੇ ਪਾਵਨ ਪਦੇ ਵਿੱਚ ਨਾ ਫਿਰ ਸਤਿਗੁਰੂ ਅਮਰਦਾਸ ਸਾਹਿਬ ਜੀ ਮਨ ਦੀਆਂ ਆਪਣੀਆਂ ਮਰਜ਼ੀਆਂ ਦੱਸਦੇ ਵੀ ਮਨ ਕਿੱਦਾਂ ਭਜਣਾ ਚਾਹੁੰਦਾ ਹੈ, ਪਰ ਇਹਨੇ ਭਜਣਾ ਕਿੱਦਾਂ ਸੀ। ਰਹਾਉ ਦੀ ਪੰਕਤੀ ਵਿੱਚ ਕਹਿਤਾ ਵੀ ਤੂੰ ਗੁਰੂ ਕੀ ਸ਼ਰਨ ਵਿੱਚ ਰਹਿ ਕੇ ਭਜ। ਆਪਣੀ ਮਰਜ਼ੀ ਨਾਲ ਨਹੀਂ ਭਜਣਾ, ਆਪਣੀ ਇੱਛਾ ਨਾਲ ਨਹੀਂ। ਜਿਵੇਂ ਗੁਰੂ ਕਹਿੰਦਾ ਉਵੇਂ ਚੇਤੇ ਕਰਿਆ ਕਰ। ਤੇ ਗੁਰੂ ਸਾਹਿਬ ਜੀ ਕਿਵੇਂ ਆਖਦੇ ਨੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰੂ ਸਾਹਿਬ ਨੇ ਤੇ ਕੀ ਆਖਣਾ ਹੈ? ਮਾਲਕ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਤੇ ਉਪਦੇਸ਼ ਦਿੰਦੇ ਆ ਇਹ ਆਖਣ ਕੇ ਕਿ ਉੱਠਦਿਆਂ ਬਹਿੰਦਿਆਂ ਹੱਸਦਿਆਂ ਖੇਡਦਿਆਂ ਸੰਸਾਰ ਵਿੱਚ ਵਿਚਰਦਿਆਂ ਹਰ ਵਕਤ ਇੱਕ ਇੱਕ ਸਵਾਸ ਦੇ ਨਾਲ, ਇੱਕ ਇੱਕ ਸਾਹ ਦੇ ਨਾਲ ਉਸ ਮਾਲਕ ਨੂੰ ਚੇਤੇ ਕਰਿਆ ਕਰ। ਤੈਨੂੰ ਵਿਸਰੇ ਨਾ, ਤੈਨੂੰ ਭੁੱਲੇ ਨਾ। ਆਰਾਧਨਾ ਹੈ, ਚੇਤੇ ਕਰਨਾ ਹੈ, ਪਰ ਚੇਤੇ ਤੂੰ ਆਪਣੀ ਮਰਜ਼ੀ ਨਾਲ ਨਹੀਂ ਕਰਨਾ ਜਾਂ ਸੰਸਾਰ ਦੇ ਦੱਸੇ ਰਾਹ ਨਾਲ, ਤਰੀਕੇ ਨਾਲ ਚੇਤੇ ਨਹੀਂ ਕਰਨਾ। ਤੂੰ ਚੇਤੇ ਉਦਾਂ ਕਰਨਾ ਜਿੱਦਾਂ ਤੈਨੂੰ ਗੁਰੂ ਚੇਤੇ ਕਰਨ ਵਾਸਤੇ ਆਖ ਰਿਹਾ ਹੈ। ਤੇ ਗੁਰੂ ਜੀ ਨੇ ਕੀ ਆਖਣਾ ਹੈ? ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹਦੇ ਆ ਤੇ ਮਾਲਕ ਕਹਿੰਦੇ ਸਤਿਗੁਰੂ ਤੇ ਇਹ ਕਹਿਣਗੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਮਨਾ ਇਹੋ ਕੰਮ ਨਾ ਕਰੀ ਵੀ ਤੈਨੂੰ ਪਛਤਾਉਣਾ ਪਵੇ। ਗੁਰੂ ਕੀ ਸ਼ਰਨ ਵਿੱਚ ਆ ਜਾ। ਸਤਿਗੁਰੂ ਕੀ ਸ਼ਰਨ ਵਿੱਚ ਆ ਕੇ ਤੇ ਗੁਰੂ ਕੋਲੋਂ ਉਪਦੇਸ਼ ਲੈ, ਗੁਰੂ ਕੋਲੋਂ ਸਿੱਖਿਆ ਲੈ, ਤੇ ਗੁਰੂ ਕੋਲੋਂ ਸਿੱਖਿਆ ਲੈ ਕੇ ਗੁਰੂ ਦੇ ਦਿੱਤੇ ਉਪਦੇਸ਼ ਸਦਕਾ ਭਜ, ਰੱਬ ਨੂੰ ਚੇਤੇ ਕਰ, ਰੱਬ ਜੀ ਦੀ ਆਰਾਧਨਾ ਕਰ, ਪਰ ਉਵੇਂ ਕਰੀ ਜਿਵੇਂ ਗੁਰੂ ਤੈਨੂੰ ਆਖ ਰਹੇ ਨੇ। ਫਿਰ ਆਖਿਆ ਕਹਿੰਦੇ ਗੁਰ ਪ੍ਰਸਾਦੀ ਛੁੱਟੀ ਹੈ, ਗੁਰੂ ਦੀ ਕਿਰਪਾ ਸਦਕਾ ਫਿਰ ਕੀ ਹੈ? ਛੁੱਟ ਜਾਈਦਾ। ਬਿਖ ਭਵਜਲ, ਕਹਿੰਦੇ ਆ ਜਿਹੜਾ ਜ਼ਹਿਰ ਹੈ ਇਹਦੇ ਤੋਂ ਬਚ ਜਾਈਦਾ। ਭਵਜਲ ਸੰਸਾਰ ਸਮੁੰਦਰ ਤੋਂ ਬਚ ਜਾਈਦਾ। ਸ਼ਬਦ ਗੁਰ ਤਰਨਾ, ਕਿਉਂਕਿ ਜਿਹੜਾ ਭਵਜਲ ਹੈ ਨਾ ਇਹ ਗੁਰੂ ਦੇ ਸ਼ਬਦ ਰਾਹੀਂ ਤਰਿਆ ਜਾਂਦਾ, ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ। ਗੁਰ ਪ੍ਰਸਾਦੀ ਛੁੱਟੀਐ ਬਿਖ ਭਵਜਲ, ਸ਼ਬਦ ਗੁਰ ਤਰਨਾ, ਗੁਰੂ ਦੀ ਕਿਰਪਾ ਨਾਲ ਜ਼ਹਿਰ ਤੋਂ ਬਚ ਜਾਈਦਾ। ਤੇ ਭਵਜਲ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਰਾਹੀਂ ਤਰ ਜਾਂਦੇ ਆ, ਤਰ ਜਾਈਦਾ। ਜਿਹੜਾ ਸੰਸਾਰ ਸਮੁੰਦਰ ਔਖਾ ਹੈ ਤਰਨਾ, ਬਿਖਮ ਹੈ, ਕਠਿਨ ਹੈ, ਇਹ ਗੁਰੂ ਕੇ ਸ਼ਬਦ ਰਾਹੀਂ। ਗੁਰੂ का शब्द मतलब गुरु की विचारधारा। शब्द का मतलब की है? गुरु की विचारधारा।
ਜਦੋਂ ਗੁਰੂ ਕੀ ਵਿਚਾਰਧਾਰਾ ਜੀਵਨ ਵਿੱਚ ਧਾਰਨ ਕਰਾਂਗੇ, ਗੁਰੂ ਕੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਅਪਣਾਵਾਂਗੇ, ਗੁਰੂ ਕੇ ਦਿੱਤੀ ਹੋਈ ਸਿੱਖਿਆ ਨੂੰ ਜ਼ਿੰਦਗੀ ਵਿੱਚ ਅਪਣਾਵਾਂਗੇ, ਭਵਜਲ ਤਰਨਾ, ਭਵਜਲ ਤਰ ਜਾਈਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇੱਕ ਬਾਲਕ ਚੱਲ ਕੇ ਆਉਂਦਾ, ਜਿਹੜਾ ਆ ਕੇ ਗੁਰੂ ਅੱਗੇ ਇਹੋ ਸਵਾਲ ਕਰਦਾ ਵੀ ਮਾਲਕ ਜੀ, ਜ਼ਿੰਦਗੀ ਨੂੰ ਸਵਾਰਨਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ? ਜੀਵਨ ਸਵਾਰਨਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ? ਜੇ ਭਵਜਲ ਤੋਂ ਤਰਨਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ? ਸਵਾਲ ਤੇ ਇਹੋ ਸੀ ਨਾ। ਤੇ ਗੁਰੂ ਨਾਨਕ ਸਾਹਿਬ ਦੁਆਰਾ ਪੁੱਛਿਆ ਜਾਂਦਾ ਹੈ, ਤੈਨੂੰ ਇੰਨੀ ਸੋਝੀ ਕਿੱਥੋਂ ਹੈ? ਤੈਨੂੰ ਇੰਨੀ ਸੋਝੀ ਕਿਵੇਂ ਆਈ? ਕਿੱਥੋਂ ਆਈ ਇੰਨੀ ਸੋਝੀ? ਤੇ ਅੱਗੋਂ ਜਵਾਬ ਦਿੱਤਾ ਜਾਂਦਾ ਹੈ ਵੀ ਮੈਂ ਕੁਛ ਤਰ੍ਹਾਂ ਦੇ ਹਾਲਾਤ ਐਸੇ ਵੇਖੇ ਨੇ, ਜਿਹੜੇ ਹਾਲਾਤ ਇਹ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਨੇ, ਕਿਤੇ ਇਹ ਨਾ ਹੋਵੇ ਉਮਰ ਛੋਟੀ ਹੈ, ਸਮਾਂ ਵੀ ਪਹਿਲੋਂ ਆ ਜੇ। ਮਜਬੂਰ ਕਰ ਦਿੰਦੇ ਹਾਲਾਤ। ਮੈਂ ਵੇਖਿਆ ਛੋਟੇ ਦੀ ਵਾਰੀ ਪਹਿਲੋਂ ਆ ਜਾਂਦੀ ਹੈ, ਛੋਟਾ ਪਹਿਲੋਂ ਸੜ ਜਾਂਦਾ ਹੈ। ਮੈਂ ਵੇਖਿਆ ਆਪਣੀਆਂ ਅੱਖਾਂ ਦੇ ਨਾਲ। ਇਸ ਲਈ ਆਪ ਜੀ ਤੋਂ ਪੁੱਛ ਰਿਹਾ, ਜੇ ਭਵਜਲ ਤਰਨਾ ਹੋਵੇ ਤੇ ਕੀ ਕਰਨਾ ਚਾਹੀਦਾ? ਔਰ ਧੰਨ ਗੁਰੂ ਅਮਰਦਾਸ ਸਾਹਿਬ ਅੱਜ ਦੱਸ ਰਹੇ ਭਵਜਲ ਤਰਨ ਲਈ ਕੀ ਕਰਨਾ ਹੈ। ਭਵਜਲ ਤਰਨ ਵਾਸਤੇ ਸ਼ਬਦ ਦਾ ਸਹਾਰਾ ਲੈਣਾ ਪੈਂਦਾ, ਆਸਰਾ ਲੈਣਾ ਪੈਂਦਾ। ਮਤਲਬ ਗੁਰੂ ਕੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਪੈਂਦਾ। ਜਿਹੜੇ ਗੁਰੂ ਸਾਹਿਬ ਜੀ ਇਹ ਬਚਨ ਕਹਿ ਰਹੇ ਨੇ, ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੋਂ ਪੁੱਛ ਕੇ ਵੇਖੋ ਵੀ ਸਤਿਗੁਰੂ ਜੀ, ਜੇ ਗੁਰੂ ਨਾ ਹੋਵੇ ਤੇ ਕੀ ਬਣਦਾ ਫਿਰ? ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਵਾਬ ਆਏਗਾ, ਨਿਗੁਰੇ ਕਾ ਹੈ ਨਾਉ ਮੋਰਾ। ਇਹ ਜਵਾਬ ਗੁਰੂ ਅਮਰਦਾਸ ਸਾਹਿਬ ਜੀ ਦਾ, ਕਿਉਂਕਿ ਜਿਨਨੇ ਆਪ 62 ਸਾਲ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਵਿੱਚ ਇੱਕ ਮਿਹਣਾ ਸੁਣਿਆ ਹੋਵੇ ਨਾ, ਉਹ ਕਿਵੇਂ ਦੂਜੇ ਨੂੰ ਆਖੇਗਾ ਵੀ ਤੂੰ ਬਿਨਾਂ ਗੁਰੂ ਤੋਂ ਰਹਿ ਲਾ। ਔਰ ਉਹ ਮਿਹਣਾ ਜਿਹੜਾ ਵੱਜਿਆ ਸੀ ਨਾ, ਉਹ ਬੋਲ ਇੰਨੇ ਕੁ ਚੁਭੇ ਹਿਰਦੇ ਅੰਦਰ, ਉਹਨਾਂ ਨੇ ਹਿਰਦਾ ਵਿੰਨ ਕੇ ਰੱਖਤਾ, ਝੰਜੋੜ ਕੇ ਰੱਖਤਾ ਵੀ 62 ਸਾਲ ਬਰਬਾਦ ਕਰ ਲਏ। ਹਾਲਾਂਕਿ ਉਹਨਾਂ 62 ਸਾਲਾਂ ਦੇ ਵਿੱਚ ਮਾੜਾ ਕਰਮ ਨਹੀਂ ਸੀ, ਕੋਈ ਭੈੜਾ ਕਰਮ ਨਹੀਂ ਸੀ। ਧਾਰਮਿਕ ਵਿਚਾਰਾਂ ਤਕਰੀਬਨ 6 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ। ਪਹਿਲੋਂ ਤੀਰਥ ਯਾਤਰਾ ਤੇ ਜਾਣਾ, ਫਿਰ ਤੀਰਥ ਯਾਤਰਾ ਤੋਂ ਵਾਪਸ ਆਉਣਾ, ਤਕਰੀਬਨ 6 ਮਹੀਨਿਆਂ ਦਾ ਟਾਈਮ ਪੀਰੀਅਡ। ਹਰ ਸਾਲ 2 ਮਹੀਨੇ ਜਾਣ ਨੂੰ ਲੱਗ ਜਾਣੇ, 2 ਮਹੀਨੇ ਆਉਣ ਨੂੰ ਲੱਗ ਜਾਣੇ, 2 ਮਹੀਨੇ ਰਹਿ ਕੇ ਉੱਥੇ ਸਮਾਂ ਗੁਜ਼ਾਰ, 6 ਮਹੀਨਿਆਂ ਦਾ ਟਾਈਮ ਪੀਰੀਅਡ ਹਰ ਸਾਲ। ਤੇ ਉਹ ਬੰਦਾ ਧਾਰਮਿਕ ਵਿਚਾਰਾਂ ਦਾ ਧਾਰਨੀ ਹੈ ਹੀ। ਪਰ ਜਿਸ ਵਕਤ ਉਸ ਧਾਰਮਿਕ ਵਿਚਾਰਾਂ ਵਾਲੇ ਨੂੰ ਵੀ ਪੁੱਛਿਆ ਜਾਂਦਾ ਤੇਰਾ ਗੁਰੂ ਕੌਣ ਹੈ, ਤੇ ਜਵਾਬ ਹੈ ਹੀ ਕੋਈ ਨਹੀਂ ਅਜੇ ਤੱਕ। ਤੇ ਪੁੱਛਣ ਵਾਲਾ ਕਹਿ ਦਿੰਦਾ ਤੇਰਾ ਆਪਣਾ ਜਨਮ ਤੇ ਭ੍ਰਸ਼ਟ ਹੈ, ਪਰ ਤੂੰ ਮੇਰਾ ਵੀ ਕਰਤਾ, ਕਿਉਂਕਿ ਮੈਂ ਤੇਰੇ ਹੱਥੋਂ ਸੇਵਾ ਕਰਵਾ ਲਈ। ਤੂੰ ਤੇ ਮੇਰਾ ਜਨਮ ਵੀ ਭ੍ਰਸ਼ਟ ਕਰਤਾ। ਇਹ ਬੋਲਾਂ ਨੇ ਨਾ ਅੰਦਰ ਝੰਜੋੜ ਕੇ ਰੱਖਤਾ ਵੀ ਅੱਜ ਤੱਕ ਇਹਦਾ ਮਤਲਬ ਜਿੰਨੇ ਕਰਮ ਕੀਤੇ ਉਹ ਸਾਰੇ ਵਿਅਰਥੀ ਨੇ। ਇੰਨੇ ਧਰਮ ਦੇ ਕੰਮ ਕੀਤੇ ਹੋਏ, ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕੀਤਾ, ਸਾਰਾ ਕੁਝ ਵਿਅਰਥ ਹੈ ਵੀ ਜੇ ਮੇਰੇ ਕੋਲ ਗੁਰੂ ਨਹੀਂ ਤੇ ਮੈਂ ਇਹਦਾ ਵੀ ਜੀਵਨ ਬਰਬਾਦ ਕਰਤਾ, ਆਪਣਾ ਵੀ ਕਰ ਲਿਆ। ਫਿਰ ਅੰਦਰ ਇੱਕ ਲਾਲਸਾ ਜਾਗਦੀ ਵੀ ਹੁਣ ਤੇ ਗੁਰੂ ਧਾਰਨਾ ਹੈ।
ਤੇ ਉਧਰੋਂ ਲੋਹਾ ਤੇ ਗਰਮ ਹੈ ਹੀ ਸੀ। ਬੀਬੀ ਅਮਰੋ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬੋਲ ਉਸ ਗਰਮ ਹੋਏ ਲੋਹੇ ਉੱਤੇ ਚੋਟ ਦਾ ਕੰਮ ਕਰਦਾ ਹੈ। ਔਰ ਉਹ ਪਾਵਨ ਬਚਨ ਜਦੋਂ ਕੰਨਾਂ ਵਿੱਚ ਪੈਂਦੇ ਨੇ ਨਾ, ਬਾਪੂ ਅਮਰਦਾਸ ਜਾ ਕੇ ਪੁੱਛਦੇ ਨੇ, ਧੀਏ ਅੱਜ ਜਿਹੜਾ ਕਲਾਮ ਪੜ੍ਹ ਰਹੀ ਹੈ ਇਹ ਕਿਹਦਾ ਹੈ? ਤੇ ਅੱਗੋਂ ਧੀ ਜਵਾਬ ਦਿੰਦੀ ਵੀ ਉਹਨਾਂ ਤੇ ਚਾਚਾ ਜੀ ਹੀ ਕਿਹਾ ਹੋਣਾ ਨਾ, ਚਾਚਾ ਜੀ ਇਹ ਕਲਾਮ ਗੁਰੂ ਨਾਨਕ ਸਾਹਿਬ ਦਾ, ਮੈਨੂੰ ਵੀ ਮਿਲਾ ਦੇ। ਤੇ ਅੱਗੋਂ ਧੀ ਨੇ ਜਵਾਬ ਦਿੱਤਾ, ਤੁਸੀਂ ਮਿਲੇ ਹੋ, ਤੁਸੀਂ ਮਿਲੇ ਹੋ? ਉਹ ਕਹਿੰਦੇ ਵੀ ਨਹੀਂ, ਮੈਂ ਮਿਲਿਆ ਨਹੀਂ। ਕਹਿੰਦੇ ਕਲਾਮ ਗੁਰੂ ਨਾਨਕ ਸਾਹਿਬ ਦਾ ਹੈ ਤੇ ਅੱਜ ਉਹਨਾਂ ਦੀ ਗੁਰਤਾ, ਉਹਨਾਂ ਦੇ ਅਸਥਾਨ ਉੱਤੇ ਮੇਰੇ ਪਿਤਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਬੈਠੇ ਨੇ, ਤੁਸੀਂ ਮਿਲੇ ਹੋ? ਤੇ ਬਾਪੂ ਅਮਰਦਾਸ ਜੀ ਨੇ ਅੱਗੋਂ ਜਵਾਬ ਦਿੱਤਾ ਹੋਣਾ, ਧੀਏ ਮਿਲਿਆ ਆ ਪਰ ਕੁੜਮ ਬਣ ਕੇ ਹੀ ਮਿਲਿਆ, ਅੱਜ ਤੱਕ ਸਿੱਖ ਬਣ ਕੇ ਨਹੀਂ ਸੀ ਮਿਲਿਆ। ਮਿਲਿਆ ਜ਼ਰੂਰ ਆ, ਇਹ ਥੋੜੀ ਹੈ ਵੀ ਜੇ ਧੰਨ ਗੁਰੂ ਅੰਗਦ ਸਾਹਿਬ ਜੀ ਜਦੋਂ ਆਪਣੀ ਬੱਚੀ ਦਾ ਵਿਆਹ ਕਰਦੇ ਨੇ ਉਦੋਂ ਵੀ ਗੁਰੂ ਅਮਰਦਾਸ ਸਾਹਿਬ ਗਏ ਹੋਣਗੇ, ਬਰਾਤ ਦੇ ਨਾਲ ਤੇ ਗਏ ਹੋਣਗੇ ਨਾ। ਜਦ ਕਦੇ ਧੰਨ ਗੁਰੂ ਅੰਗਦ ਸਾਹਿਬ ਜੀ ਆਪਣੀ ਧੀ ਨੂੰ ਮਿਲਣ ਵਾਸਤੇ ਆਉਂਦੇ ਹੋਣਗੇ ਉਦੋਂ ਵੀ ਮਿਲਾਪ ਹੁੰਦਾ ਹੋਏਗਾ, ਜਾਂ ਕਿਤੇ ਗੁਰੂ ਅਮਰਦਾਸ ਸਾਹਿਬ ਜੀ ਜਾਂਦੇ ਹੋਣਗੇ ਫਿਰ ਵੀ ਜਾ ਕੇ ਮਿਲਦੇ ਹੋਣਗੇ, ਭਾਈ ਸਾਡਾ ਕੁੜਮ ਹੈ। ਪਰ ਅੱਜ ਤੱਕ ਸਿਰਫ ਸੰਸਾਰਕ ਰਿਸ਼ਤੇ ਨਾਲ ਹੀ ਧੀਏ ਮਿਲਿਆ ਆ, ਅੱਜ ਤੱਕ ਕਦੇ ਗੁਰੂ ਔਰ ਸਿੱਖ ਦੇ ਰੂਪ ਵਿੱਚ ਨਹੀਂ ਸੀ ਮਿਲਿਆ। ਹੁਣ ਇਉਂ ਕਰ, ਮੈਨੂੰ ਵੀ ਲੈ ਕੇ ਚੱਲ ਗੁਰੂ ਅੰਗਦ ਸਾਹਿਬ ਦੀ ਸ਼ਰਨ ਤੇ। ਮੈਂ ਇਹ ਬੇਨਤੀ ਤਾਂ ਆਪ ਜੀ ਸਨਮੁਖ ਕਰ ਰਿਹਾ, ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨਾਂ ਵਿੱਚ ਉਪਦੇਸ਼ ਹੀ ਇਹ ਦਿੱਤਾ, ਮਨ ਰੇ ਹੇ ਮੇਰੇ ਮਨਾ ਸੁਣ ਮਨ ਮੇਰੇ, ਭਜ ਸਤਿਗੁਰ ਸ਼ਰਨ, ਗੁਰੂ ਕੀ ਸ਼ਰਨ ਵਿੱਚ ਜਾ ਕੇ ਭਜ, ਕਿਉਂਕਿ ਗੁਰ ਪ੍ਰਸਾਦੀ ਛੁੱਟੀ ਹੈ, ਗੁਰੂ ਦੀ ਕਿਰਪਾ ਨਾਲ ਛੁੱਟ ਜਾਈਦਾ। ਬਿਖ ਭਵ ਜਲ ਸ਼ਬਦ ਗੁਰ ਤਰਨਾ, ਗੁਰੂ ਕੀ ਵਿਚਾਰਧਾਰਾ ਦੇ ਨਾਲ ਜਦੋਂ ਆਪਾਂ ਗੁਰੂ ਕੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਆ, ਸਤਿਗੁਰੂ ਕੀ ਵਿਚਾਰਧਾਰਾ ਦੇ ਸਦਕਾ ਇਹ ਭਵ ਜਲ ਆਸਾਨੀ ਨਾਲ ਤਰ ਜਾਈਦਾ। ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਗਏ, ਗੁਰੂ ਅੰਗਦ ਸਾਹਿਬ ਦੇ ਬਣ ਕੇ ਰਹਿ ਗਏ। ਔਰ ਖਿਆਲ ਰੱਖੀਏ, ਉਹੀ ਧੰਨ ਗੁਰੂ ਅਮਰਦਾਸ ਸਾਹਿਬ ਫਿਰ ਜਦੋਂ ਆਪ ਉਪਦੇਸ਼ ਦੇਣ ਵਾਲੇ ਬਣਦੇ, ਉਹ ਜਾਣਦੇ ਨੇ ਗੁਰੂ ਕੀ ਸ਼ਰਨ ਦਾ ਮੁੱਲ, ਉਹ ਜਾਣਦੇ ਨੇ ਸਤਿਗੁਰੂ ਕੀ ਸ਼ਰਨ ਦਾ ਉਪਕਾਰ, ਉਹ ਜਾਣਦੇ ਨੇ ਗੁਰੂ ਕੀ ਸ਼ਰਨ ਵਿੱਚ ਪੈਣ ਦੇ ਨਾਲ ਆਉਣ ਵਾਲੀ ਜ਼ਿੰਦਗੀ ਵਿਚਲੀ ਤਬਦੀਲੀ, ਤੇ ਉਹ ਸਮਾਜ ਨੂੰ ਦੱਸਦੇ ਨੇ ਆਹ ਬਦਲਾਵ ਜ਼ਿੰਦਗੀ 'ਚ ਆਉਂਦੇ ਨੇ ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਜਾਈਏ। ਔਰ ਖਿਆਲ ਰੱਖਿਓ, ਗੁਰੂ ਕੀ ਸ਼ਰਨ ਵਿੱਚ ਪੈਣਾ ਤੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਜ਼ਿੰਦਗੀ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ। ਤੇ ਜੇ ਗੁਰੂ ਕੀ ਸ਼ਰਨ ਵਿੱਚ ਪੈਣ ਤੋਂ ਬਾਅਦ ਵਿੱਚ ਵੀ ਜ਼ਿੰਦਗੀ ਵਿੱਚ ਬਦਲਾਵ ਨਾ ਆਇਆ, ਖਿਆਲ ਰੱਖਿਓ, ਖਿਮਾ ਕਰਿਓ ਬਚਨ ਵਰਤਣ ਲੱਗਿਆਂ, ਇਹ ਮੰਨ ਲਈਏ ਅਸੀਂ ਅਜੇ ਤੱਕ ਗੁਰੂ ਕੀ ਸ਼ਰਨ ਵਿੱਚ ਗਏ ਨਹੀਂ ਪਹੁੰਚੇ।
ਸਤਿਗੁਰੂ ਕੀ ਸ਼ਰਨ ਵਿੱਚ ਪੈਣ ਦੇ ਨਾਲ ਜ਼ਿੰਦਗੀ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ, ਜ਼ਰੂਰੀ ਹੈ। ਆਵੇਗਾ, ਜ਼ਰੂਰ ਬਦਲਾਵ ਆਏਗਾ। ਪਰ ਜੇ ਜ਼ਿੰਦਗੀ ਵਿੱਚ ਬਦਲਾਵ ਨਹੀਂ ਆਉਂਦਾ ਤੇ ਇਹ ਮੰਨ ਕੇ ਚੱਲੀਏ ਕਿ ਅਸੀਂ ਅਜੇ ਤੱਕ ਗੁਰੂ ਕੀ ਸ਼ਰਨ ਵਿੱਚ ਗਏ ਨਹੀਂ ਪਹੁੰਚੇ ਅਜੇ ਤੱਕ। ਕਿਉਂਕਿ ਗੁਰੂ ਜਿਉਣ ਦਾ ਤਰੀਕਾ ਬਦਲ ਦਿੰਦੇ ਨੇ। ਸਤਿਗੁਰੂ ਜੀ ਉੱਠਣ ਬੈਠਣ ਦਾ ਤਰੀਕਾ ਬਦਲ ਦਿੰਦੇ ਨੇ। ਮਾਲਕ ਪਾਤਸ਼ਾਹ ਜੀ ਖਾਣ ਦਾ, ਪਹਿਨਣ ਦਾ ਹਰ ਇੱਕ ਤਰੀਕਾ ਤਬਦੀਲ ਹੋ ਜਾਏਗਾ। ਕਿਉਂਕਿ ਉਦੋਂ ਫਿਰ ਖਾਣ ਵਿੱਚ, ਉਦੋਂ ਬੋਲਣ ਵਿੱਚ, ਉਦੋਂ ਪਹਿਰਾਵੇ ਦੇ ਵਿੱਚ, ਪਹਿਨਣ ਦੇ ਵਿੱਚ, ਉੱਠਣ ਲੱਗਿਆਂ, ਬੈਠਣ ਲੱਗਿਆਂ ਹਰ ਇੱਕ ਕਰਮ ਦੇ ਵਿੱਚੋਂ ਗੁਰੂ ਕਾ ਉਪਦੇਸ਼ ਝਲਕੇਗਾ। ਤੇ ਜਦੋਂ ਗੁਰੂ ਕਾ ਉਪਦੇਸ਼ ਨਜ਼ਰ ਆਏਗਾ ਤੇ ਸੁਭਾਵਿਕ ਜਿਹੀ ਗੱਲ ਹੈ, ਸਾਡਾ ਖਾਣਾ ਪੀਣਾ, ਸਾਡਾ ਉੱਠਣਾ ਬੈਠਣਾ, ਸਾਡਾ ਖੜੋਣਾ, ਇਹ ਸਾਰਾ ਕੁਝ ਤਬਦੀਲ ਹੋ ਜਾਏਗਾ। ਕਿਉਂਕਿ ਇਹਦੇ ਵਿੱਚੋਂ ਗੁਰੂ ਕੀ ਵਿਚਾਰਧਾਰਾ ਨਜ਼ਰ ਆਏਗੀ। ਇਸ ਲਈ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ, ਭਜ ਸਤਿਗੁਰ ਸ਼ਰਨਾ, ਗੁਰ ਪ੍ਰਸਾਦੀ ਛੁੱਟੀ ਹੈ ਬਿਖ ਭਵਜਲ ਤਰਨਾ। ਕਾਇਆ ਸਦ ਉਰਦ ਤਪ ਕਰੈ, ਵਿੱਚ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਰਹਾਉ ਦੀ ਪੰਕਤੀ ਜ਼ਿਹਨ ਚ ਰੱਖਿਓ। ਮਨ ਨੂੰ ਗੁਰੂ ਕੀ ਸ਼ਰਨ ਵਿੱਚ ਪੈ ਕੇ ਤੇ ਗੁਰੂ ਕੇ ਉਪਦੇਸ਼ ਨਾਲ ਧਿਆਉਣ ਵਾਸਤੇ ਕਿਹਾ ਵੀ ਜਿੱਦਾਂ ਗੁਰੂ ਦੱਸਦੇ ਉਦਾਂ ਧਿਆ। ਕਿਉਂਕਿ ਗੁਰੂ ਕੀ ਵਿਚਾਰਧਾਰਾ ਨੂੰ ਅਪਣਾਏ ਬਿਨਾ ਮਨ ਕੀ ਕਰਦਾ ਹੈ? ਕਾਇਆ ਸਾਧ ਹੈ, ਕਾਇਆ ਨੂੰ ਸਾਧਦਾ ਫਿਰਦਾ। ਉਰਧ ਤਪ ਕਰੈ, ਪੁੱਠਾ ਲਟਕ ਲਟਕ ਕੇ ਤਪ ਕਰਦਾ ਫਿਰਦਾ। ਵਿੱਚੋਂ ਹਉ ਮੈਂ ਨਾ ਜਾਏ। ਹੁਣ ਕਾਇਆ ਨੂੰ ਉਲਟਾ ਲਟਕਾਉਣ ਦੇ ਨਾਲ ਹੰਕਾਰ ਕਿਵੇਂ ਚਲਾ ਜਾਏਗਾ? ਸਗੋਂ ਵਧੇਗਾ। ਕਾਇਆ ਨੂੰ ਸਾਧਣ ਦੇ ਨਾਲ ਹੰਕਾਰ ਕਿਵੇਂ ਚਲਾ ਜਾਏਗਾ? ਸਗੋਂ ਵੱਧ ਜਾਏਗਾ। ਕਾਇਆ ਨੂੰ ਉਲਟਾ ਲਟਕਾਤਾ। ਪਹਿਲੋਂ ਸੀ 5 ਮਿੰਟ ਲਟਕਦਾ ਸੀ, ਫਿਰ 10 ਮਿੰਟ, ਹੌਲੀ ਹੌਲੀ ਅੱਧੇ ਘੰਟੇ ਤੇ ਪਹੁੰਚਿਆ, ਘੰਟੇ ਤੇ ਪਹੁੰਚਿਆ, 10 ਘੰਟਿਆਂ ਤੇ ਆ ਗਿਆ। 24 ਘੰਟੇ ਲਟਕਾਈ ਰੱਖੋ ਤਾਂ ਕੋਈ ਪਰਵਾਹ ਨਹੀਂ। ਹੁਣ ਕੀ ਕਹਿੰਦਾ? ਮੇਰੇ ਜਿੰਨਾ ਪੁੱਠਾ ਨਹੀਂ ਕੋਈ ਲਟਕ ਸਕਦਾ। ਹੰਕਾਰ ਵਧਿਆ ਕਿ ਘਟਿਆ? ਮੈਂ 24 ਘੰਟੇ ਪੁੱਠਾ ਲਟਕ ਸਕਦਾ ਆ। ਹੰਕਾਰ ਵਧਿਆ ਕਿ ਘਟਿਆ? ਕਾਇਆ ਸਾਧਣ ਲੱਗਿਆ। ਕਾਇਆ ਨੂੰ ਸਾਧਣਾ ਜਿੱਦਣ ਸ਼ੁਰੂ ਕੀਤਾ ਉਦਣ ਅਜੇ ਕਾਇਆ ਕਾਬੂ ਵਿੱਚ ਨਹੀਂ ਸੀ। ਕਾਇਆ ਅਜੇ ਅਨੁਸਾਰੀ ਨਹੀਂ ਸੀ। ਹੋਇਆ ਕਿ ਹੌਲੀ ਹੌਲੀ ਅਨੁਭਵ ਕਰਦਾ ਗਿਆ, ਅਭਿਆਸ ਕਰਦਾ ਗਿਆ, ਕਾਇਆ ਕਾਬੂ ਵਿੱਚ ਆ ਗਈ, ਸਾਧ ਲਈ ਕਾਇਆ। ਜਦੋਂ ਕਾਇਆ ਨੂੰ ਸਾਧ ਲਿਆ, ਹੁਣ ਕੀ ਕਹਿੰਦਾ? ਮੈਂ ਤੇ ਆਪਣੀ ਕਾਇਆ ਨੂੰ ਜਿਵੇਂ ਮਰਜ਼ੀ, ਜਿਸ ਪਾਸੇ ਮਰਜ਼ੀ ਮੋੜ ਸਕਦਾ। ਮੈਂ ਆਪਣੀ ਮਰਜ਼ੀ ਨਾਲ ਕੋਈ ਆਸਣ ਕਰ ਸਕਦਾ। ਹੰਕਾਰ ਵਧਿਆ ਕਿ ਘਟਿਆ? ਕਾਇਆ ਸਾਧਣ ਤੋਂ ਭਾਵ ਕਾਇਆ ਨੂੰ ਆਪਣੇ ਕਾਬੂ ਵਿੱਚ ਕਰ ਲੈਣਾ। ਕੁਝ ਆਪਾਂ ਆਪਣੇ ਸਰੀਰ ਦੇ ਅਕਾਲ ਪੁਰਖ ਪਰਮੇਸ਼ਵਰ ਜੀ ਵੱਲੋਂ ਬਣਾਏ ਜੁਆਇੰਟ ਨੇ ਸਾਡੀ ਕਾਇਆ ਦੇ, ਉੱਥੋਂ ਹੀ ਅਸੀਂ ਮੋੜ ਸਕਦੇ ਹਾਂ ਆਪਣੀ ਕਾਇਆ ਨੂੰ, ਜਿਹੜੇ ਜੁਆਇੰਟ ਨੇ। ਕੁਝ ਸ਼ਖਸੀਅਤਾਂ ਸਮਾਜ ਵਿੱਚ ਐਸੀਆਂ ਨੇ ਜਿਨ੍ਹਾਂ ਦੀ ਬਾਡੀ ਬੜੀ ਫਲੈਕਸੀਬਲ ਬਣਾ ਲੈਂਦੇ ਨੇ ਉਹ ਅਭਿਆਸ ਦੇ ਸਦਕਾ। ਔਰ ਜਦੋਂ ਉਹ ਬਾਡੀ ਫਲੈਕਸੀਬਲ ਬਣ ਜਾਂਦੀ ਹੈ ਨਾ, ਉਹ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਨੂੰ ਵੀ ਸਰੀਰ ਦਾ ਜਿਹੜਾ ਆਕਾਰ ਹੈ ਉਹਨੂੰ ਬਦਲ ਲੈਂਦੇ, ਕਿਸੇ ਪਾਸੇ ਮੋੜ ਲੈਂਦੇ। ਉਹ ਕਾਇਆ ਨੂੰ ਸਾਧਣਾ, ਆਪਣੇ ਕਾਬੂ ਵਿੱਚ ਕਰਨਾ। ਮਾਲਕ ਜੀ ਕਹਿੰਦੇ ਕਾਇਆ ਸਾਧੈ ਉਰਧ ਤਪ ਕਰੈ।
ਦੋਵੇਂ ਕੰਮ ਕਰਦਾ। ਕਾਇਆ ਵੀ ਸਾਧ ਲਈ ਪੁੱਠਾ ਲਟਕ ਕੇ ਤਪ ਵੀ ਕਰੀ ਜਾਂਦਾ। ਅਕਸਰ ਇਸ ਬਾਤ ਤੇ ਜਦੋਂ ਚਰਚਾ ਹੁੰਦੀ ਤੇ ਉਦੋਂ ਉਰਦ ਤਪ ਕਰਨ ਦੀ, ਤੇ ਉਦੋਂ ਇਹੀ ਆਖਿਆ ਜਾਂਦਾ ਤੇ ਬੜੇ ਵੱਡੇ ਭਗਤ ਨੇ, ਉਲਟੇ ਲਟਕ ਕੇ ਭਗਤੀ ਕਰਦੇ। ਕਿੱਡੀ ਮੂਰਖਤਾਈ ਹੈ ਜਾਂ ਕਿੱਡੀ ਹਾਸੋਹੀਣੀ ਜਿਹੀ ਬਾਤ ਹੈ। ਰੱਬ ਵੱਲੋਂ ਉਲਟਾ ਲਟਕਾਇਆ ਸੀ ਤੇ ਰੱਬ ਅੱਗੇ ਅਰਜ਼ੋਈਆਂ ਕਰਦਾ ਸੀ ਵੀ ਰੱਬਾ ਸਿੱਧਾ ਕਰ, ਜ਼ਿੰਦਗੀ ਦੇ। ਹੁਣ ਰੱਬ ਨੇ ਸਿੱਧਾ ਕਰਕੇ ਜ਼ਿੰਦਗੀ ਦਿੱਤੀ ਹੈ, ਹੁਣ ਰੱਬ ਨੂੰ ਚੇਤੇ ਕਰਨ ਲਈ ਫੇਰ ਉਲਟਾ ਲਟਕਦਾ ਫਿਰਦਾ ਹੈ। ਹਾਸੋਹੀਣੀ ਬਾਤ ਹੀ ਹੈ। ਰੱਬ ਜੀ ਨੇ ਉਲਟਾ ਲਟਕਾਇਆ। ਤਕਰੀਬਨ 9 ਤੋਂ 10 ਮਹੀਨੇ ਦਾ ਸਮਾਂ ਰੱਬ ਨੇ ਉਲਟਾ ਲਟਕਾ ਕੇ ਰੱਖਿਆ। ਰੱਬ ਚੇਤੇ ਕਰਦਾ ਰਿਹਾ, ਚੇਤੇ ਕਰਦਾ, ਅਰਜ਼ੋਈਆਂ ਕਰਦਾ ਰਿਹਾ ਰੱਬ ਅੱਗੇ, ਰੱਬ ਜੀ ਕਿਰਪਾ ਕਰੋ, ਸਮਾਜ ਵਿੱਚ ਭੇਜੋ, ਆ ਗਰਭ ਤੋਂ ਬਾਹਰ ਕੱਢੋ, ਮੈਂ ਜਨਮ ਲਵਾਂ। ਰੱਬ ਜੀ ਨੇ ਗਰਭ ਚੋਂ ਬਾਹਰ ਕੱਢ ਦਿੱਤਾ, ਜਨਮ ਦੇਤਾ, ਪੈਦਾ ਹੋ ਗਿਆ। ਹੁਣ ਪੈਦਾ ਹੋਣ ਤੋਂ ਬਾਅਦ ਚਾਹੀਦਾ ਤੇ ਇਹ ਸੀ ਵੀ ਜੇ ਹੁਣ ਰੱਬ ਨੇ ਸਿੱਧਿਆਂ ਕੀਤਾ ਤੇ ਕੰਮ ਸਿੱਧੇ ਕਰ। ਰੱਬ ਜੀ ਨੇ ਜੀਵਨ ਦੇਤਾ ਤੇ ਹੁਣ ਰੱਬ ਜੀ ਨੂੰ ਚੇਤੇ ਕਰ। ਪਰ ਫੇਰ ਹਾਸੋਹੀਣੀ ਗੱਲ, ਰੱਬ ਉਲਟਾ ਲਟਕਾਵੇ, ਬੰਦਾ ਸਿੱਧਾ ਹੋਣ ਲਈ ਅਰਦਾਸਾਂ ਕਰੇ, ਤੇ ਜੇ ਰੱਬ ਸਿੱਧਾ ਕਰਦੇ ਫਿਰ ਆਪਣੀ ਮਰਜ਼ੀ ਨਾਲ ਉਲਟਾ ਲਟਕਦਾ ਫਿਰੇ, ਤੇ ਫਿਰ ਮੂਰਖਤਾ ਹੀ ਆਖਾਂਗੇ। ਫਿਰ ਸਤਿਗੁਰੂ ਜੀ ਇੱਕ ਪਾਵਨ ਬਾਣੀ 'ਚ ਬਚਨ ਕਹਿੰਦੇ, ਉੱਥੇ ਨਾ ਗੁਰੂ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਬੋਲ ਆਖਿਆ। ਰਹਾਉ ਦੀ ਪੰਕਤੀ 'ਚ ਆਖਦੇ, ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਯਤਨ ਕਰਾਏ। ਕਿੰਨੇ ਯਤਨ ਕਰ ਲਏ, ਕਿੰਨੇ ਯਤਨ ਮਨ ਦੁਆਰਾ ਕਰ ਲਏ ਗਏ, ਪਰ ਕੀ ਇੱਕ ਵੀ ਯਤਨ ਐਸਾ ਹੈ ਜਿਨਨੇ ਹਉਮੈ ਨੂੰ ਛਡਾਇਆ ਹੋਵੇ। ਸਗੋਂ ਸਾਹਿਬ ਤੇ ਕਹਿੰਦੇ ਹਉਮੈ ਵਧੀ ਹੈ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਸਗੋਂ ਹੋਰ ਹਉਮੈ ਵਧੀ ਹੈ, ਹੰਕਾਰ ਵਿੱਚ ਵਾਧਾ ਹੋਇਆ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਮੱਲ ਕਹਿੰਦੇ ਇਦਾਂ ਨਹੀਂ ਹਉਮੈ ਜਾਂਦੀ। ਹਉਮੈ ਜਾਣ ਵਾਸਤੇ, ਹਉਮੈ ਨੂੰ ਖਤਮ ਕਰਨ ਵਾਸਤੇ ਕੀ ਕਰਨਾ ਪਏਗਾ? ਸਾਹਿਬ ਜੀ ਕਹਿੰਦੇ ਇੱਕ ਖਿਆਲ ਇਹ ਵੀ ਰੱਖ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਹੁਣ ਆਪਣੀ ਆਤਮ ਗਿਆਨ ਨੂੰ ਦੇ ਸਾਧਨ ਲਈ, ਆਪਣੇ ਆਤਮ ਗਿਆਨ ਨੂੰ ਹਾਸਲ ਕਰਨ ਲਈ ਕੀ ਕਰਦਾ ਫਿਰੇ? ਬਣਾਉਟੀ ਕਰਮ, ਇੰਦਰੀਆਂ ਦੇ ਨਿਗਰੇ ਕਰਦਾ ਫਿਰੇ, ਨੇਤੀ ਕਰਦਾ ਫਿਰੇ, ਧੋਤੀ ਕਰਦਾ ਫਿਰੇ, ਗੱਜ, ਇਹ ਸਾਰੇ ਕਰਮ ਜੋਗੀਆਂ ਵਾਲੇ ਕਰਦਾ ਫਿਰੇ। ਹੁਣ ਜਿੰਨੇ ਕਰਮ ਕੀਤੇ ਜਾਣਗੇ, ਸਤਿਗੁਰੂ ਕਹਿੰਦੇ ਨਾਮ ਨਾ ਕਬਹੀ ਪਾਏ। ਜਿੰਨਾ ਮਰਜ਼ੀ ਯਤਨ ਕਰ ਲਾ, ਰੱਬ ਦੀ ਬੰਦਗੀ ਨਹੀਂ ਮਿਲਣੀ। ਜਿਸ ਇਉਂ ਕਹਿ ਲਈਏ ਵੀ ਰੱਬ ਦਾ ਮਿਲਾਪ ਨਹੀਂ ਹੋਣਾ, ਤੇ ਕੋਈ ਅਤ ਕਥਨੀ ਨਹੀਂ ਹੈ। ਨੇਤੀ ਧੋਤੀ ਕਰਦਾ ਫਿਰ, ਜਿੰਨੇ ਮਰਜ਼ੀ ਨਿਉਲੀ ਕਰਮ ਕਰਦਾ ਫਿਰ, ਨਿਉਲੀ ਕਰਮ ਜਿੰਨੇ ਮਰਜ਼ੀ ਕਰੀ ਚੱਲ,
तेरा कीता एक भी न्यौली कर्म तेरे काम नहीं आना। नाम ना कब ही पाए। हुण जे रब जी की बंदगी चाहुंदा ते रब जी की बंदगी वास्ते की करना पएगा? गुर कै शब्द जीवत मरै। गुरु दे शब्द राही मरना पएगा। जिन्हों सतगुरु आखदे शब्द मरो फिर जीवो सद ही, तां फिर मरण ना होई। शब्द दे राही मरना पएगा, मुड़ के कदे मौत नहीं होएगी। लेना तो आत्म का ज्ञान ही है ना। आत्म का ज्ञान ते की लेना? अध्यात्म तौर पर मरिया बैठा है, ज्ञान की मिलेगा? इनू समझण वास्ते आपां इउं कह लीए, एक इंसान की मौत हो जाए, ਉਹਦੇ ਕੋਲ ਬਹਿ ਕੇ ਅਸੀਂ ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰ ਲਈਏ, ਉਹਨੂੰ ਗਿਆਨ ਮਿਲ ਜਾਏਗਾ? ਕਿਉਂਕਿ ਉਹ ਮਰ ਚੁੱਕਾ, ਉਹਦੇ ਤੱਕ ਗਿਆਨ ਪਹੁੰਚਣਾ ਤੇ ਨਾਮੁਮਕਿਨ ਹੈ। ਇੱਕ ਇਨਸਾਨ ਸੁੱਤਾ ਹੋਵੇ, ਭੂਖ ਬਿਲਕੁਲ, ਉਹਦੇ ਕੋਲ ਬਹਿ ਕੇ ਗਿਆਨ ਦੀਆਂ ਗੱਲਾਂ ਕਰ ਲਓ, ਕੀ ਉਹਨੂੰ ਗਿਆਨ ਮਿਲ ਜਾਏਗਾ? ਕਦੇ ਵੀ ਨਹੀਂ। ਜਿਹਨੂੰ ਗਿਆਨ ਦੇਣਾ ਉਹਦਾ ਜਾਗਦਾ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ। ਉਹਦੇ ਕੋਲ ਇਕਾਗਰਤਾ ਹੋਣੀ ਜ਼ਰੂਰੀ ਹੈ ਜੇ ਉਹਨੂੰ ਗਿਆਨ ਦੇਣਾ। ਤੇ ਸੰਸਾਰਕ ਤੌਰ ਤੇ ਗਿਆਨ ਦੇਣਾ ਹੋਵੇ, ਜਾਗਣਾ ਜ਼ਰੂਰੀ ਹੈ। ਸੰਸਾਰਕ ਤੌਰ ਤੇ ਸੁੱਤੇ ਨੂੰ ਗਿਆਨ ਨਹੀਂ ਮਿਲਦਾ। ਸੰਸਾਰਕ ਤੌਰ ਤੇ ਕੋਈ ਮਰ ਜਾਏ ਉਹਨੂੰ ਗਿਆਨ ਨਹੀਂ ਮਿਲਦਾ। ਤੇ ਮਨੁੱਖਾ ਅੰਦਰ ਝਾਤ ਮਾਰ ਕੇ ਵੇਖ, ਅਧਿਆਤਮ ਤੌਰ ਤੇ ਮਰਿਆ ਹੋਇਆ, ਗਿਆਨ ਕਿੱਥੋਂ ਮਿਲ ਜਾਏਗਾ? ਪਹਿਲੋਂ ਅਧਿਆਤਮ ਤੌਰ ਉੱਤੇ ਜਿਉਣਾ ਪਏਗਾ। ਤੇ ਉਹਦੇ ਲਈ ਸਤਿਗੁਰੂ ਕਹਿੰਦੇ ਕੀ ਕਰਨਾ ਪੈਣਾ? ਗੁਰ ਕੈ ਸ਼ਬਦ ਜੀਵਤ ਮਰੈ। ਗੁਰੂ ਦੇ ਸ਼ਬਦ ਦਾ ਆਸਰਾ, ਸਹਾਰਾ, ਗੁਰੂ ਕੀ ਵਿਚਾਰਧਾਰਾ ਦਾ ਆਸਰਾ। ਫਿਰ ਜਦੋਂ ਗੁਰੂ ਕੀ ਵਿਚਾਰਧਾਰਾ ਹੋਏਗੀ ਨਾ ਕੋਲੇ, ਹਰ ਨਾਮ ਵਸੈ ਮਨ ਆਏ। ਸਤਿਗੁਰੂ ਕਹਿੰਦੇ ਫਿਰ ਰੱਬ ਜੀ ਦਾ ਨਾਮ ਆ ਕੇ ਹਿਰਦੇ ਵਿੱਚ ਵਸ ਜਾਏਗਾ। ਫਿਰ ਪ੍ਰਭੂ ਜੀ ਦਾ ਨਾਮ ਆ ਕੇ ਮਨ ਵਿੱਚ ਵਸ ਜਾਏਗਾ। ਕਿਉਂਕਿ ਉਸ ਵਕਤ ਅਸੀਂ ਅਧਿਆਤਮ ਤੌਰ ਉੱਤੇ ਮਰੇ ਨਹੀਂ, ਅਧਿਆਤਮ ਤੌਰ ਉੱਤੇ ਜਿਉਂ ਬੈਠੇ ਆ। ਉਸ ਵਕਤ ਅਧਿਆਤਮ ਤੌਰ ਤੇ ਗਾਫਲਤਾ ਦੀ ਨੀਂਦ ਵਿੱਚ ਨਹੀਂ, ਸਗੋਂ ਮਨ ਗਾਫਲਤਾ ਦੀ ਨੀਂਦ ਵਿੱਚੋਂ ਜਾਗ ਚੁੱਕਾ ਹੈ। ਮਨ ਨੇ ਗਾਫਲਤਾ ਦੀ ਨੀਂਦ ਛੱਡ ਦਿੱਤੀ ਹੈ ਗੁਰੂ ਕੀ ਵਿਚਾਰਧਾਰਾ ਸਦਕਾ। क्योंकि गुरु का उपदेश, गुरु की विचारधारा आखेगी, जाग ले हो रे मना जाग ले हो, कहा गाफल सोया, जो तन उपजया संग ही सो पी संग ना होया। जाग रे मन जागण हारे। मना जाग, एक कदों सुचेतता आएगी? जदों गुरु की विचारधारा कोले होएगी। और सतगुरु कहते गुरु के शब्द सदका ही जीवत मरै। जदों जिउंदे जी अपना आपा मार लांगे, गुरु के शब्द राही मरना भी है ते गुरु के शब्द राही जीवन भी मिलेगा। जेड़ा मरना है वह आपा मरेगा, अपनत्त मरेगी, ते अंदर एक अध्यात्म तौर उत्ते जीवन मिलेगा। उस जीवन विच अपनत्त नहीं होएगी, उस जीवन दे विच केवल रब दी बंदगी होएगी, रब जी दी याद, रब जी दा चिंतन होएगा। ते धन गुरु अमरदास साहब कहंदे, इसलिए गुरु के शब्द, गुर कै शब्द जीवत मरै, हर नाम वसै मन आए। त्रै गुण सबहा तात है, दूजा पाओ विकार। पंडित पढ़ै बंधन मोह बाधा, नह बुझै बिखिया प्यार।
ਸਤਿਗੁਰ ਮਿਲਿਆ ਤ੍ਰਿਕੁਟੀ ਛੁਟੈ ਚੌਥੇ ਪਦ ਮੁਕਤ ਦੁਆਰ। ਸਾਰੇ ਦੇ ਸਾਰੇ ਪਾਵਨ ਬਚਨ ਵਿੱਚ ਗੁਰੂ ਕੇ ਮਿਲਾਪ ਦੀ ਹੋਈ ਬਾਤ, ਗੁਰੂ ਕੇ ਮਿਲਾਪ ਸਦਕਾ ਕੀ ਬਣਦਾ, ਕਿਉਂਕਿ ਆਰੰਭਤਾ ਹੀ ਇੱਥੋਂ ਕੀਤੀ ਹੈ, ਸੁਣ ਮਨ ਮੇਰੇ ਭਜ ਸਤਿਗੁਰ ਸ਼ਰਨ। ਗੁਰੂ ਕੀ ਸ਼ਰਨ ਵਿੱਚ ਜਾ ਕੇ ਭਜ, ਕਿਉਂਕਿ ਗੁਰੂ ਤੈਨੂੰ ਉਹਨੂੰ ਚੇਤੇ ਕਰਨ ਦਾ ਤਰੀਕਾ ਦੱਸੇਗਾ ਵੀ ਕਿਵੇਂ ਚੇਤੇ ਕਰੀਦਾ। ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ। ਜਿਹੜੇ ਤਿੰਨੇ ਗੁਣ ਨੇ ਨਾ, ਇਹ ਸਾਰੇ ਕੀ ਨੇ? ਧਾਤ, ਮਤਲਬ ਮਾਇਆ ਵਾਲਾ ਰਸਤਾ। ਸਾਰੇ ਦੇ ਸਾਰੇ ਰਜ ਗੁਣ, ਤਮ ਗੁਣ, ਸਤ ਤਿੰਨੋਂ ਹੀ। ਦੂਜਾ ਭਾਉ ਵਿਕਾਰ, ਤੇ ਇਹਦੇ ਵਿੱਚ ਨਾ ਹੈ ਦੂਜਾ ਭਾਵ ਹੀ ਹੈ। ਇਹ ਤਿੰਨੋਂ ਹੀ ਕਰਮ ਐਸੇ ਨੇ, ਚਾਹੇ ਸਤਗੁਣ ਦੀ ਹੋਈ ਗੱਲ ਕਿਉਂ ਨਾ ਕਰ ਲਈਏ, ਸਤਗੁਣ ਵੀ ਰੱਬ ਚੇਤੇ ਨਹੀਂ ਆਉਣ ਦਿੰਦੇ। ਹਾਲਾਂਕਿ ਸਤਗੁਣ ਦੇ ਵਿੱਚ ਸਾਰੇ ਭਲੇ ਗੁਣ ਆਉਣਗੇ, ਦਇਆ ਆਏਗੀ, ਸਬਰ ਆਏਗਾ, ਸੰਤੋਖ ਆਏਗਾ, ਧੀਰਜ ਆਏ, ਸਾਰਾ ਕੁਝ ਸਤਗੁਣ ਹੀ ਹੈ। ਪਰ ਦਇਆ, ਸੰਤੋਖ, ਧੀਰਜ, ਸਬਰ, ਇਹਨਾਂ ਦੇ ਪਿੱਛੇ ਹੰਕਾਰ ਬੋਲੇਗਾ। ਮੇਰੇ ਵਰਗੀ ਦਇਆ ਕਿਹਨੇ ਕਰ ਲੈਣੀ? ਜਿੰਨਾ ਸਬਰ ਮੇਰੇ ਕੋਲ ਹੈ, ਇਹਨਾਂ ਤੇ ਹੈ ਹੀ ਕਿਸੇ ਕੋਲ ਨਹੀਂ। ਮੇਰੇ ਜਿੰਨਾ ਧੀਰਜ ਕਿਸੇ ਕੋਲ ਨਹੀਂ ਹੈ। ਇਹਨਾਂ ਪਿੱਛੇ ਹਉਮੈ ਬੋਲੇਗੀ। ਸਤਿਗੁਰੂ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਇਹ ਸਾਰੇ ਦਾ ਸਾਰਾ ਦੂਜਾ ਭਾਵ ਹੈ ਤੇ ਵਿਕਾਰ ਹੈ, ਬੁਰਾ ਹੈ, ਸਾਰਾ ਕੁਝ ਹੀ ਬੁਰਾ ਹੈ। ਪੰਡਿਤ ਪੜ੍ਹੈ, ਗਿਆਨਵਾਨ ਜਿਹੜਾ ਪੜ੍ਹਦਾ ਹੈ, ਬੰਧਨ ਮੋਹ ਬਾਧਾ, ਉਹ ਮਾਇਆ ਦੇ ਮੋਹਾਂ ਵਿੱਚ ਬੰਨਿਆ ਹੋਇਆ ਹੈ, ਇਹਨਾਂ ਤੰਨਾਂ ਦੇ ਮੋਹ ਵਿੱਚ ਬੰਨਿਆ ਹੋਇਆ। ਉਹ ਨਹ ਬੂਝੈ ਵਿਖਿਆ ਪਿਆਰ, ਵਿਖਿਆ ਦੇ ਪ੍ਰੇਮ ਵਿੱਚ ਫਸਿਆ ਹੋਇਆ ਨਹ ਬੂਝੈ, ਰੱਬ ਜੀ ਨੂੰ ਸਮਝ ਹੀ ਨਹੀਂ ਪਾਉਂਦਾ। ਜ਼ਹਿਰ ਨਾਲ ਪਿਆਰ ਹੀ ਇੰਨਾ ਕੁ ਪੈ ਗਿਆ, ਮੋਹ ਨਾਲ ਮੋਹ ਹੀ ਇੰਨਾ ਕੁ ਪੈ ਗਿਆ, ਮਾਇਆ ਦੇ ਨਾਲ ਦੂਜੇ ਭਾਵ ਦੇ ਵਿੱਚ ਇੰਨਾ ਕੁ ਖਚਤ ਹੋ ਗਿਆ, ਨਹ ਬੂਝੈ, ਸਮਝ ਹੀ ਨਹੀਂ ਪਾਉਂਦਾ। ਜਿਹਨੂੰ ਸਤਿਗੁਰੂ ਜੀ ਬਾਣੀ ਚ ਕਹਿੰਦੇ ਨਾ, ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ, ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਕੀ ਲਾਭ ਹੋਇਆ? ਪੰਡਿਤ ਪੜ੍ਹੈ, ਬੰਧਨ ਮੋਹ ਬਾਧਾ, ਪੜ੍ਹ ਰਿਹਾ, ਪਰ ਮੱਲ ਕਹਿੰਦੇ ਫਾਇਦਾ ਕੀ ਹੈ? ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਇਹਦਾ ਪੜ੍ਹਨਾ, ਇਹਦਾ ਗੁਣਨਾ, ਇਹ ਸਾਰੀ ਜਿਹੜੀ ਕਾਰ ਹੈ ਨਾ, ਕਾਹਦੇ ਵਾਸਤੇ ਹੈ? ਮਾਇਆ ਕਾਰਨ ਵਿਦਿਆ ਵੇਚੈ, ਜਨਮ ਅਬਿਰਥਾ ਜਾਈ। ਇਹਦਾ ਪੜ੍ਹਨਾ, ਇਹਦਾ ਗੁਣਨਾ ਵੀ ਕੇਵਲ ਮਾਇਆ ਵਾਸਤੇ ਹੀ ਹੈ। ਚਾਹੀਦਾ ਤੇ ਸੀ ਪੜ੍ਹਨ ਵਾਲਾ ਉਪਰਾਮ ਹੋ ਜਾਂਦਾ, ਚਾਹੀਦਾ ਤੇ ਸੀ ਜ਼ਿੰਦਗੀ ਵਿੱਚ ਉਪਰਾਮਤਾ ਆ ਜਾਂਦੀ, ਪਰ ਇਹਦਾ ਪੜ੍ਹਨਾ ਹੀ ਮਾਇਆ ਦਾ ਕਾਰਨ ਬਣ ਗਿਆ ਵੀ ਮੈਂ ਪੜ੍ਹ ਰਿਹਾ ਮਾਇਆ ਵਾਸਤੇ। ਪੰਡਿਤ ਪੜ੍ਹੈ ਬੰਧਨ ਮੋਹ ਬਾਧਾ, ਨਹ ਬੂਝੈ ਵਿਖਿਆ ਪਿਆਰ। ਪਿਆਰ ਵਿੱਚ ਫਸਿਆ, ਜ਼ਹਿਰ ਦੇ, ਨਹੀਂ ਬੁੱਝ ਪਾਉਂਦਾ ਪਰਮੇਸ਼ਵਰ ਨੂੰ, ਨਹੀਂ ਸਮਝ ਪਾਉਂਦਾ। ਸਤਿਗੁਰ ਮਿਲਿਆ, ਫਿਰ ਗੁਰੂ ਦਾ ਮਿਲਾਪ ਹੋਵੇ। ਜਦੋਂ ਗੁਰੂ ਮਿਲ ਜਾਏ ਕੀ ਬਣਦਾ ਹੈ? ਤ੍ਰਿਕੁਟੀ ਛੁਟੈ, ਇਹਨਾਂ ਸਾਰਿਆਂ ਤੋਂ ਛੁਟਕਾਰਾ ਹੋ ਜਾਂਦਾ। ਚੌਥੇ ਪਦ, ਫਿਰ ਚੌਥੇ ਪਦ ਵਿੱਚ ਪਹੁੰਚਦਾ। ਮੁਕਤ ਦੁਆਰ, ਫਿਰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ, ਕਿਉਂਕਿ ਰਜ ਤੋਂ ਵੀ ਛੁੱਟ ਗਿਆ, ਤਮ ਤੋਂ ਵੀ ਛੁੱਟ ਗਿਆ, ਸਤ ਤੋਂ ਵੀ ਛੁੱਟ ਗਿਆ, ਚੌਥੇ ਪਦ ਤੇ ਪਹੁੰਚਿਆ। ਤੇ ਉੱਥੇ ਕੀ ਹੈ? ਮੁਕਤ ਦੁਆਰ, ਮੁਕਤੀ ਦਾ ਦਰਵਾਜ਼ਾ, ਜਿੱਥੇ ਜਾ ਕੇ ਜੀਵ ਸਾਰੇ ਸੰਸਾਰਿਕ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਗੁਰ ਤੇ ਮਾਰਗ ਪਾਈਐ, ਚੂਕੈ ਮੋਹ ਗੁਬਾਰ,
ਸ਼ਬਦ ਮਰੇ ਤਾਂ ਉਦਰੈ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹਿ, ਸਚ ਨਾਮ ਕਰਤਾਰ। ਗੁਰ ਤੇ ਮਾਰਗ ਪਾਈਐ। ਗੁਰੂ ਕੋਲੋਂ ਮਾਰਗ ਮਿਲਦਾ। ਜਦੋਂ ਗੁਰੂ ਕੋਲੋਂ ਮਾਰਗ ਮਿਲ ਜਾਏ ਤੇ ਫਿਰ ਚੁੱਕੈ ਮੋਹ ਗੁਬਾਰ। ਮੋਹ ਚੁੱਕ ਜਾਂਦਾ ਤੇ ਗੁਬਾਰ ਘੁੱਪ ਹਨੇਰੇ ਤੋਂ ਵੀ ਛੁਟਕਾਰਾ ਹੋ ਜਾਂਦਾ। ਸ਼ਬਦ ਮਰੈ, ਜਦੋਂ ਸ਼ਬਦ ਰਾਹੀਂ ਮਰ ਜਾਈਦਾ ਤਾਂ ਉਧਰੈ, ਫਿਰ ਉਧਾਰ ਹੋ ਜਾਂਦਾ, ਤਰ ਜਾਈਦਾ। ਪਾਏ ਮੋਖ ਦੁਆਰ, ਤੇ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਹੈ। ਗੁਰ ਪ੍ਰਸਾਦੀ ਮਿਲ ਰਹਿ, ਗੁਰੂ ਦੀ ਕਿਰਪਾ ਦੇ ਸਦਕਾ ਪਰਮੇਸ਼ਵਰ ਨਾਲ ਮਿਲ ਕੇ ਰਹੀਦਾ ਜਾਂ ਮਿਲੀਦਾ। ਸੱਚ ਨਾਮ ਕਰਤਾਰ, ਉਹ ਪ੍ਰਭੂ ਜੀ ਦਾ ਸੱਚਾ ਨਾਮ, ਕਰਤਾਰ ਜੀ ਦਾ ਸੱਚਾ ਨਾਮ ਜਿਹੜਾ ਉਹ ਮਿਲਦਾ ਹੈ, ਉਹਦੇ ਨਾਲ ਮਿਲ ਰਹੀਦਾ ਗੁਰੂ ਦੀ ਕਿਰਪਾ ਦੇ ਸਦਕਾ। ਸ਼ਬਦ ਦੇ ਨਾਲ ਮਰ ਜਾਣਾ ਤੇ ਫਿਰ ਤਰ ਜਾਣਾ। ਤਰਨਾ ਕਿੱਥੋਂ ਹੈ? ਬਿਖ ਭਵ ਜਲ ਤੋਂ। ਇਸ ਗੱਲ ਨੂੰ ਤੁਸੀਂ ਆਪਣੇ ਜੀਵਨਾਂ ਵਿੱਚ ਅਨੁਭਵ ਕਰੋ। ਪਾਣੀ ਦਾ ਤੇਜ਼ ਵਹਾਅ ਜਿਤਨਾ ਮਰਜ਼ੀ ਹੋਵੇ, ਇਨਸਾਨ ਜਿਉਂਦਾ ਉਹਦੇ ਵਿੱਚ ਸੁੱਟਿਆ ਜਾਏ ਜਾਂ ਜਿਉਂਦਾ ਛਾਲ ਮਾਰ ਜਾਏ, ਡੁੱਬੇਗਾ। ਮਰਿਆ ਇਨਸਾਨ ਕਦੇ ਡੁੱਬਦਾ ਨਹੀਂ ਪਾਣੀ ਵਿੱਚ। ਜਿੰਨਾ ਚਿਰ ਜਿਉਂਦਾ ਓਨਾ ਚਿਰ ਡੁੱਬੇਗਾ। ਜਦੋਂ ਮਰ ਜਾਏਗਾ ਉਹ ਪਾਣੀ ਵੀ ਉੱਪਰ ਤਾਰਨ ਲਾ ਦਿੰਦਾ ਆਪੇ ਹੀ। ਉਹੀ ਦੇਹੀ ਜਿਹੜੀ ਡੁੱਬ ਰਹੀ ਸੀ ਉਹ ਤਰਨ ਲੱਗ ਪਈ। ਕਹਿ ਸਕਦੇ ਹਾਂ ਵੀ ਜਿੰਨਾ ਚਿਰ ਪਾਣੀ ਨੂੰ ਇਹ ਮਹਿਸੂਸ ਹੋ ਰਿਹਾ ਵੀ ਇਹ ਹਰਕਤ ਕਰ ਰਿਹਾ ਆਪਦੀ, ਉਨਾ ਚਿਰ ਉਹ ਆਪਣਾ ਬਲ ਵਿਖਾਉਂਦਾ ਵੀ ਤੇਰੀਆਂ ਹਰਕਤਾਂ ਨਾਲੋਂ ਮੇਰਾ ਬਲ ਜ਼ਿਆਦਾ ਹੈ। ਜਦੋਂ ਸਰੀਰ ਵਿੱਚ ਹਰਕਤ ਹੋਣੀ ਬੰਦ ਹੋ ਜਾਂਦੀ ਹੈ, ਉਦੋਂ ਹੀ ਪਾਣੀ ਉੱਪਰ ਕਰ ਦਿੰਦਾ ਹੈ। ਤੇਰਾ ਬਲ ਮੁੱਕ ਗਿਆ, ਮੇਰਾ ਬਲ ਤੇਰੇ ਨਾਲੋਂ ਜ਼ਿਆਦਾ ਹੈ, ਲੈ ਤੂੰ ਹਾਰ ਗਿਆ, ਮੈਂ ਤੈਨੂੰ ਫਿਰ ਉੱਤੇ ਕੀਤਾ ਹੈ। ਭਵਜਲ ਸਾਗਰ ਤੋਂ ਪਾਰ ਲੰਘਣਾ, ਮਰਨਾ ਤੇ ਪਏਗਾ ਹੀ, ਕਿਉਂਕਿ ਤੈਰਿਆ ਹੀ ਤਾਂ ਜਾਣਾ। ਜਿੰਨਾ ਚਿਰ ਆਪਣੀ ਹਰਕਤ ਹੈ ਓਨਾ ਚਿਰ ਡੁੱਬਾਂਗੇ, ਚਾਹੇ ਉਹ ਭਵਜਲ ਸਾਗਰ ਕਿਉਂ ਨਾ ਹੋਵੇ। ਜਦੋਂ ਆਪਣੀ ਹਰਕਤ ਛੱਡ ਦਿੱਤੀ, ਤਿਆਗ ਦਿੱਤਾ, ਸਾਰਾ ਕੁਝ ਤਿਆਗਤਾ, ਕੋਈ ਹਲਚਲ ਨਹੀਂ ਬਾਡੀ ਵਿੱਚ, ਕੋਈ ਸਰੀਰ ਵਿੱਚ ਹਲਚਲ ਨਹੀਂ, ਫਿਰ ਤੈਰ ਜਾਾਂਗੇ। ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਮਾਲਕ ਕਹਿੰਦੇ ਦਲਦਲ ਬੜੀ ਭੈੜੀ ਹੈ। ਸੰਸਾਰ ਐਡੀ ਭੈੜੀ ਦਲਦਲ ਹੈ, ਇਹਦੇ ਵਿੱਚ ਫਸਿਆ ਨਿਕਲ ਨਹੀਂ ਸਕਦਾ। ਹੁਣ ਦਲਦਲ ਦਾ ਵਿੱਚ ਕੀ ਹੈ? ਜਿਹੜਾ ਬੰਦਾ ਧੱਸ ਜਾਏ, ਜੇ ਤੇ ਖੜਿਆ ਰਵੇ ਤੇ ਉਹ ਖੜਿਆ ਰਹਿੰਦਾ ਹੈ, ਤੇ ਜਿੰਨਾ ਹਿਲ ਜੁਲ ਕਰੇ, ਬਾਹਰ ਨਿਕਲਣ ਦੀ ਕੋਸ਼ਿਸ਼ ਕਰੇ, ਓਨਾ ਹੇਠਾਂ ਧਸੀ ਜਾਂਦਾ ਹੈ। ਆਹੀ ਹਾਲਾਤ ਸੰਸਾਰ ਸਮੁੰਦਰ ਵਾਲੇ ਪਾਸੇ, ਸੰਸਾਰ ਰੂਪੀ ਦਲਦਲ ਵਾਲੇ ਪਾਸੇ ਹੈ। ਬੰਦਾ ਜਿੰਨੀ ਯਤਨ ਕਰਦਾ, ਕੋਸ਼ਿਸ਼ ਕਰਦਾ, ਓਨਾ ਹੀ ਡੁੱਬੀ ਜਾਂਦਾ, ਫਸੀ ਜਾਂਦਾ। ਆਪਣਾ ਆਪਾ ਤਿਆਗਾਂਗੇ, ਹਲਚਲ ਖਤਮ ਹੋ ਗਈ। ਜਿੱਥੇ ਜਾ ਕੇ ਆਖਤਾ ਕਿ ਨਾ ਸਾਡੇ ਕੋਲ ਬਲ, ਨਾ ਕੋਈ ਤਾਕਤ, ਨਾ ਕੋਈ ਸਮਰੱਥਾ, ਰੱਬ ਜੀ ਕਿਰਪਾ ਕਰ, ਆਪੇ ਹੀ ਬਾਹਰ ਕੱਢ ਲਾ, ਕਰ ਜਾਾਂਗੇ। ਸੌਖਾ ਜਿਹਾ ਤਰੀਕਾ ਹੈ। ਸਤਿਗੁਰੂ ਕਹਿੰਦੇ ਗੁਰੂ ਕੇ ਸ਼ਬਦ ਰਾਹੀਂ ਕਿਤੇ ਜਿਉਂਦਾ ਜੀ ਆਪਣਾ ਆਪਾ ਮਾਰ ਦੇ। ਜਦੋਂ ਗੁਰੂ ਕੋਲੋਂ ਮਾਰਗ ਮਿਲੇਗਾ, ਗੁਰੂ ਰਸਤਾ ਦੇਣਗੇ, ਗੁਰੂ ਦੇ ਦਰਸਾਏ ਰਸਤੇ ਤੇ ਤੁਰੇਗਾ, ਮੋਹ ਗੁਬਾਰ ਜ਼ਿੰਦਗੀ ਚੋਂ ਮੁੱਕ ਜਾਏਗਾ। ਸ਼ਬਦ ਨਾਲ ਮਰ ਜਾਏਗਾ ਤੇ ਉਧਾਰ ਹੋ ਜਾਏਗਾ, ਮੁਕਤੀ ਦਾ ਦਰਵਾਜ਼ਾ ਮਿਲ ਜਾਏਗਾ, ਔਰ ਗੁਰੂ ਦੀ ਕਿਰਪਾ ਦੇ ਸਦਕਾ ਕਰਤਾਰ ਦਾ ਨਾਮ ਮਿਲ ਜਾਂਦਾ ਹੈ। ਪਰਮੇਸ਼ਵਰ ਜੀ ਦੇ ਨਾਮ ਨਾਲ ਮਿਲਾਪ ਹੋ ਜਾਂਦਾ। ਨਾਲ ਨਾਲ ਆਪਾਂ ਇਤਿਹਾਸਿਕ ਪੱਖ ਵੀ ਦੁਹਰਾਉਂਦੇ ਚੱਲੀਏ। ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ।
ਆਪ ਸਰਬੱਤ ਸੰਗਤ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ ਜੀ। ਸਾਡੀ ਕੌਮ ਦੀ ਸਭ ਤੋਂ ਪਹਿਲੀ ਸ਼ਖਸੀਅਤ ਹੈ ਇਹ, ਜਿਹਨੂੰ ਗੁਰੂ ਸਾਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਮਾਣ ਔਰ ਪ੍ਰਤਿਸ਼ਠਾ ਮਿਲੀ, ਬਹੁਤ ਵਧੇਰੇ ਰੂਪ ਦੇ ਵਿੱਚ। ਗੁਰਸਿੱਖਾਂ ਨੂੰ ਸਾਰਿਆਂ ਨੂੰ ਹੀ ਮਾਣ ਤੇ ਪ੍ਰਤਿਸ਼ਠਾ ਮਿਲੀ। ਹਰ ਸਿੱਖ ਨੂੰ ਸਤਿਗੁਰੂ ਜੀ ਇੱਕ ਅਲੱਗ ਵਰ ਦੇ ਕੇ ਨਵਾਜਦੇ। ਬਾਬਾ ਬੁੱਢਾ ਜੀ ਨੂੰ ਇੱਕ ਵਰ ਦੇ ਕੇ ਸਤਿਗੁਰੂ ਨੇ ਨਵਾਜਿਆ, ਤੇਥੋਂ ਓਲੇ ਕਦੇ ਨਾ ਹੋਸਾਂ। ਇਹ ਵਰ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਵੱਲੋਂ ਦਿੱਤਾ ਗਿਆ। ਕੇਵਲ ਇੱਕ ਨਹੀਂ, ਬਾਬਾ ਬੁੱਢਾ ਜੀ ਨੇ ਗੁਰੂ ਘਰ ਦੇ ਵਿੱਚੋਂ ਬਹੁਤ ਰਹਿਮਤਾਂ ਨੇ ਜਿਹੜੀਆਂ ਹਾਸਲ ਕੀਤੀਆਂ। ਜਿੱਥੇ ਉਹਨਾਂ ਰਹਿਮਤਾਂ ਹਾਸਲ ਕੀਤੀਆਂ, ਉੱਥੇ ਗੁਰੂ ਘਰ ਲਈ ਉਹਨਾਂ ਆਪਣਾ ਜੀਵਨ ਵੀ ਸਮਰਪਿਤ ਕੀਤਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕੱਲੀਆਂ ਰਹਿਮਤਾਂ ਹੀ ਲੈਂਦੇ ਰਹੇ, ਉਹਨਾਂ ਜੀਵਨ ਵੀ ਸਮਰਪਿਤ ਕੀਤਾ। 12 ਸਾਲ ਜਿਉਂ ਲਏ, ਪਰ 112 ਸਾਲ ਗੁਰੂ ਘਰ ਨੂੰ ਸਮਰਪਿਤ ਨੇ। ਜਿੰਨਾ ਚਿਰ ਗੁਰੂ ਨਾਨਕ ਜੀ ਨੂੰ ਨਹੀਂ ਮਿਲੇ, ਉਦੋਂ ਪਹਿਲੋਂ ਜਿਹੜਾ 12 ਸਾਲ ਜਿਉ ਲਏ। ਔਰ ਸੋਚਣ ਵਾਲੀ ਗੱਲ ਹੈ, ਉਹਨਾਂ 12 ਸਾਲਾਂ ਦੇ ਵਿੱਚ ਵੀ ਤੇ ਬਾਬਾ ਬੁੱਢਾ ਜੀ ਨੇ ਸੁਰਤ ਤੇ ਰੱਬ ਨਾਲ ਜੋੜ ਕੇ ਰੱਖੀ ਹੋਈ ਨਾ, ਜਿਹੜਾ 12 ਸਾਲਾਂ ਤੱਕ ਇਹੀ ਸੋਚਦੇ ਰਹੇ ਵੀ ਜੇ ਮੇਰੀ ਵਾਰੀ ਪਹਿਲੋਂ ਆ ਗਈ ਤੇ ਕੀ ਬਣੇਗਾ। ਇਹ ਤੇ ਹੈ ਨਹੀਂ ਵੀ ਗੁਰੂ ਨਾਨਕ ਸਾਹਿਬ ਸਾਹਮਣੇ ਆਏ ਤੇ ਬਾਬੇ ਨਾਨਕ ਜੀ ਨੂੰ ਵੇਖ ਕੇ ਬਾਬਾ ਭਾਈ ਬੂੜੇ ਨੇ ਜਾ ਕੇ ਕੇਵਲ ਵਿਖਾਵਾ ਕੀਤਾ ਵੀ ਮੈਂ ਸਵਾਲ ਹੀ ਕਰ। ਬੱਚੇ ਦੇ ਮਨ 'ਚ ਇੰਨੀ ਸੋਚ ਆ ਸਕਦੀ ਹੈ ਵੀ ਮੈਂ ਸਵਾਲ ਹੀ ਕਰ ਲਾਂ ਜਾ ਕੇ ਵੀ ਪਹਿਲੋਂ ਜੇ ਭਵਜਲ ਲੰਘਣਾ ਹੋਵੇ ਤੇ ਕੀ ਕਰਨਾ ਚਾਹੀਦਾ। ਕੋਈ ਵੱਡਾ ਹੋਵੇ, ਕੋਈ ਜਵਾਨ ਹੁੰਦਾ, ਆਪਾਂ ਕਹਿ ਸਕਦੇ ਸੀ ਵੀ ਉਹਨੇ ਔਨ ਦੀ ਸਪੋਰਟ ਇੱਕ ਵਿਖਾਵਾ ਕਰਨ ਵਾਸਤੇ ਯੋਜਨਾ ਬਣਾ ਲਈ। ਪਰ ਭਾਈ ਬੂੜੇ ਨੇ ਯੋਜਨਾ ਥੋੜੀ ਬਣਾਈ। ਉਹਨੂੰ ਥੋੜੀ ਪਤਾ ਸੀ ਵੀ ਮੈਂ ਜਿੱਥੇ ਚੱਲਿਆ ਅੱਜ ਵੱਗ ਲੈ ਕੇ ਮੱਝਾਂ ਦਾ, ਉਸ ਪਾਸੇ ਮੈਨੂੰ ਨਾਨਕ ਜੀ ਨੇ ਮਿਲ ਜਾਣਾ। ਉਹਨੂੰ ਪਤਾ ਸੀ ਨਹੀਂ, ਪਰ ਮਿਲ ਗਏ। ਮਿਲੇ, ਬਹਿ ਗਏ ਕੋਲੇ, ਪੁੱਛਿਆ ਵੀ ਜੇ ਭਵਜਲ ਲੰਘਣਾ ਹੋਵੇ ਤੇ ਕਿਵੇਂ ਲੰਘੀਦਾ। ਸਤਿਗੁਰੂ ਜੀ ਉਸ ਸ਼ਖਸੀਅਤ ਦੇ ਬਾਲਕ ਦੇ ਚਿਹਰੇ ਵੱਲ ਵੇਖਦੇ ਵੀ 12 ਸਾਲਾਂ ਦਾ ਬੱਚਾ, ਤਕਰੀਬਨ 12 ਕੁ ਸਾਲ ਦੀ ਉਮਰ, ਕਿਉਂਕਿ 1506 ਦੇ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੁੰਦਾ ਕੱਥੂ ਨੰਗਲ ਦੇ ਇਲਾਕੇ ਵਿੱਚ। ਭਾਈ ਸੁਖਾ ਜੀ ਪਿਤਾ ਜੀ ਦਾ ਨਾਮ ਤੇ ਮਾਈ ਗੌਰਾ ਮਾਤਾ ਦਾ ਨਾਮ, ਜਿਨ੍ਹਾਂ ਦੀ ਕੁੱਖ ਤੋਂ ਬਾਬਾ ਬੁੱਢਾ ਜੀ ਜਨਮ ਲੈਂਦੇ 1506 ਈਸਵੀ ਦੇ ਵਿੱਚ। ਸਤਿਗੁਰੂ ਜੀ, ਕਿਉਂਕਿ ਜੇ 12 ਸਾਲਾਂ ਦੇ ਬੱਚੇ ਦੀ ਤਸਵੀਰ ਬਣਾਓ ਆਪਣੀਆਂ ਅੱਖਾਂ ਸਾਹਮਣੇ ਵੀ ਕਿੱਡਾ ਕੋਏਗਾ, ਕਾਇਆ ਕਰਕੇ ਕਿੰਨਾ ਕੋਏਗਾ, ਚਿਹਰਾ ਹਾਵ ਭਾਵ ਕਿੱਦਾਂ ਦੇ ਹੋਣਗੇ। ਤੇ ਉਹ 12 ਸਾਲਾਂ ਦਾ ਬਾਲਕ ਜਦੋਂ ਗੁਰੂ ਨਾਨਕ ਦੇ ਸਾਹਮਣੇ ਖੜੋਤਾ ਹੋਏਗਾ ਤੇ ਉਹਨੇ ਗੁਰੂ ਨਾਨਕ ਜੀ ਨਾਲ ਕਿੱਦਾਂ ਵਿਚਾਰ ਕੀਤੀ ਹੋਣੀ। ਹੋ ਸਕਦਾ ਉਹ ਬੱਚਾ ਬੋਲਣ ਲੱਗਿਆ ਉਹਦੇ ਹੱਥ ਵੀ ਕੰਬਦੇ ਹੋਣ ਵੀ ਮੈਨੂੰ ਪੁੱਛਾਂ ਕਿ ਨਾ ਪੁੱਛਾਂ, ਪਰ ਪੁੱਛਿਆ। ਉਹ 12 ਸਾਲ ਦੇ ਜਿਹੜੇ ਗੁਜ਼ਰ ਗਏ। ਉਹ 12 ਸਾਲਾਂ ਬਾਅਦ ਬੂੜਾ ਬੁੱਢਾ ਬਣਿਆ। ਤੂੰ ਬੂੜਾ ਨਹੀਂ, ਤੂੰ ਤੇ ਬੁੱਢਾ ਹੈ। ਉਥੋਂ ਬਾਬਾ ਬੁੱਢਾ ਜੀ ਨਾਮ ਪ੍ਰਚਲਿਤ ਹੁੰਦਾ, ਬੁੱਢਾ ਜੀ ਪ੍ਰਚਲਿਤ ਹੋਇਆ। ਅਦਬ ਨਾਲ, ਸਤਿਕਾਰ ਦੇ ਨਾਲ ਫਿਰ ਬਾਬਾ ਲਫ਼ਜ਼ ਨਾਲ ਲੱਗਿਆ, ਬਾਬਾ ਬੁੱਢਾ ਜੀ ਆਖਣ ਲੱਗ ਪਏ। ਫਿਰ ਗੁਰੂ ਨਾਨਕ ਦੇ ਘਰ ਵਿੱਚੋਂ ਜੋ ਬਖਸ਼ਿਸ਼ਾਂ ਰਹਿਮਤਾਂ ਮਿਲੀਆਂ ਤੇ ਇਥੋਂ ਓਲੇ ਕਦੇ ਨਾ ਹੋਸਾਂ, ਫਿਰ ਉਹ ਵਰ ਨੂੰ ਬਕਾਇਦਾ ਬਾਖੂਬੀ ਬਾਬਾ ਬੁੱਢਾ ਜੀ ਨੇ ਸੰਗਤਾਂ ਦੇ ਸਹਿਯੋਗ ਲਈ ਵਰਤਿਆ ਵੀ ਜੇ ਗੁਰੂ ਨਾਨਕ ਨੇ ਆਖਿਆ ਤੇ ਉਹ ਮੇਰੇ ਤੋਂ ਓਲੇ ਵੀ ਕਦੇ ਨਹੀਂ ਹੋਣਗੇ। ਫਿਰ ਭਾਈ ਲਹਿਣਾ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ, ਧੰਨ ਗੁਰੂ ਅੰਗਦ ਸਾਹਿਬ ਜੀ ਮਾਲਕ ਨੇ ਇਨਕਾਰ ਕਰਤਾ ਵੀ ਕਿਸੇ ਨੂੰ ਦਰਸ਼ਨ ਨਹੀਂ ਦੇਣੇ। ਸਤਿਗੁਰੂ ਜੀ ਆਪਣਾ ਆਪਾ ਛੁਪਾ ਕੇ ਬੈਠੇ। ਉਦੋਂ ਬਾਬਾ ਬੁੱਢਾ ਜੀ ਅਗਾਂਹ ਆਏ, ਕਹਿੰਦੇ ਵੀ ਗੁਰਬਾਣੀ ਦਾ ਕੀਰਤਨ ਕੀਤਾ ਜਾਏ। ਗੁਰਬਾਣੀ ਦਾ ਕੀਰਤਨ ਹੋਇਆ, ਧੰਨ ਗੁਰੂ ਅੰਗਦ ਸਾਹਿਬ ਆਪ ਆ ਕੇ ਦਰਸ਼ਨ ਦਿੰਦੇ।
फिर गुरु अमरदास साहब जी गुरता गद्दी ते विराजमान होंदे, बकायदा दरवाजे दे उत्ते लिख के ला दिता गया भी कोई दरवाजे दे अंदर ना आवे, किसी नूं दर्शन नहीं दिते जाणगे। फिर सन लाया जाता है संगतां दे लई, फिर उन्होंने राह लभ्या। सन साहब गुरु घर इसे गल दा ही प्रतीक है। फिर संगतां नूं दर्शन। फिर गुरु रामदास पातशाह जी, धन गुरु रामदास साहब जी नूं सारा जिहड़ा गुरता गद्दी दा तिलक है वो सारा गुरता गद्दी, क्योंकि बाबा बुढ़ा जी फिर गुरता गद्दी दी देण दी जिम्मेवारी वो निभाउंदे ने सारी दी सारी। धन गुरु अर्जन साहब की दस्तारबंदी गुरता गद्दी वाली, धन गुरु हरगोबिंद साहब जी की दस्तारबंदी, गुरु हरगोबिंद साहब जी दे विद्या की सारी जिम्मेवारी, वो शस्त्र विद्या की सारी जिम्मेवारी बाबा बुढ़ा जी निभाउंदे ने। ये ओ शख्सियत है जिन्हों गुरु नानक दे घर विच मान प्रतिष्ठा मिली, गुरु साहिबाना दी हजूरी दे विच, ते गुरु साहिबाना जी दे दर्शन ते दीदारे भी बाबा बुढ़ा जी ने, जिन्हां ने सारियां तो वधीक दर्शन कीते। सतगुरु साहिबाना दे दर्शन अपने जिउंदे जी बाबा बुढ़ा जी करते ने। गुरु अर्जन साहब, गुरु हरगोबिंद साहब, धन गुरु तेग बहादुर पातशाह जी, सारियां दे दीदार कीते। मैं तां मान और प्रतिष्ठा की बात कर रहा क्योंकि जेड़े अस्थान उत्ते बाबा बुढ़ा जी नूं बिठाया ना, उस अस्थान ते गुरु अर्जन साहब आप भी नहीं बैठे, आप भी नहीं बैठे। हरमंदर साहिब दे अंदर आद ग्रंथ जी दी ताबिया विच पहली बार जे मान मिलिया बैठण दा ते बाबा बुढ़ा जी नूं मिलिया पहली बार। हरमंदर साहिब दे अंदर धन गुरु अर्जन साहब जदों बहिंदे ने संगत रूप वजों बहिंदे ने, सिख रूप वजों बहिंदे ने, गुरु रूप वजों नहीं बैठे। कदे भी हरमंदर साहब विच सतगुरु जी ने आप आसन ला के दर्शन नहीं सी दिते, कदे भी नहीं। जदों भी दर्शन देने हरमंदर साहब तो बाहर। ते पहली बार जदों दर्शन ते दीदार हरमंदर साहब अंदर किसे दे होए ने, ते आद ग्रंथ जी दे, ते आद ग्रंथ जी दी ताबिया बाबा बुढ़ा जी बैठे ने। एक गुरु वालों दिती हुई मान ते प्रतिष्ठा है जिहड़ी बाबा बुढ़ा जी नूं मिलदी है। और सचमुच उन्हां वर्गा जीवन किसे दा नहीं। हर सिख दा जीवन, जिवें आपां कल दे दीवाना विच शायद बेनती कीती भी, जिवें गुरु साहिबाना दा जीवन हैरानी भरिया ना, हर गुरु साहिब दा जीवन अपने पहलू तो हैरानी भरिया है। इसे तरह हर सिख दा जीवन भी हर पहलू तो अपने अपने पहलू तो हैरानी भरिया है। और बाबा बुढ़ा जी दे जीवन दे 112 साल आप तकाजा लाओ, जिस शख्सियत दी पालकी नूं मोढ़ा धन गुरु हरगोबिंद साहब दिंदे ने, वो शख्सियत किड्डी वड्डी ते किड्डी उच्ची होएगी। गुरु साहिबान वल्लों मोढ़ा दिता जाना। अज तक इतिहास दे पन्ने पढ़दे आ, इक्को एक सिख है जिहदी पालकी नूं मोढ़ा धन गुरु हरगोबिंद साहब लाउंदे, नहीं ते गुरु साहिबाना जी दी पालकी नूं मोढ़े सिख लाउंदे रहे ने। पर इक्को एक सिख है जिस दी पालकी नूं मोढ़ा धन गुरु हरगोबिंद साहब लाउंदे। आम शख्सियत नहीं होनी। किड्डी उच्ची शख्सियत होएगी ते किड्डी वड्डी होएगी वो शख्सियत। फिर बकायदा बाबा बुढ़ा जी वल्लों भी हैरान होना। और इक्को एक शख्सियत है जिहदे ज्योति जोत समाउण उत्ते गुरु हरगोबिंद साहब जी दीआं अखां चों वैराग दा जल चोंदा है।
नहीं तो गुरबाणी का उपदेश है जो आपां तकरीबन जदों भी पढ़ते हैं तो रामकली सद विचों आपां अक्सर गुरु अमरदास साहब के बचन साझे करते हैं। मत मैं पिछे कोई रोब सी सो मैं मूल ना पाया, पर इको एक शख्सियत है ऐसी। धन गुरु कलगीधर साहिब ने अपने साहिबजादियां दी शहादत उत्ते भी अखां चों वैराग दा जल नहीं सी घेरिया। जोत ते ओही है ना जिहड़ी गुरु हरगोबिंद साहब जी दे अंदर है, ते ओ जोत उदों अखां चों वैराग दा जल केरदी है जदों बाबा बुढ़ा जी संसार तो चलाना करते। चाहे प्रेम कह लीए, प्यार कह लीए, गुरु साहिब नाल लगाव कह लीए, बाबा बुढ़ा जी दा प्यार कह लीए, क्योंकि धन गुरु हरगोबिंद साहब भी जानते भी जे मैं गुरु नानक दे दर्शन करने हुंदे ते मैं बाबा बुढ़ा जी तो पुछ लेना कि बाबा बुढ़ा जी अज गुरु नानक जी दे दर्शन करन दा चित करदा है। बाबा बुढ़ा जी सामने बैठे, गुरु अंगद साहब दे जे शरीरक तौर पर मैं बेनती कर रहा क्योंकि जे ते जोत रूप की गल करांगे फिर तो जोत गुरु हरगोबिंद साहब कोल है, पर जदों गुरु नानक साहब जी के जीवन की बात आनी भी उन्हें किहड़े किहड़े कौतक वरताए बाबा बुढ़ा जी सामने है, वो दसदे ही होणगे ना भी गुरु नानक साहब इदां कौतक वरताउंदे रहे, धन गुरु अंगद साहब इदां वरताउंदे रहे, गुरु अमरदास साहब ने आह कौतक वरताए, धन गुरु रामदास पातशाह जी आह कौतक वरताउंदे रहे, गुरु अर्जन साहब जी आह कौतक वरताउंदे रहे। वो सारा गुरु हरगोबिंद साहब जी के प्रकाश तो पहलां दीयां जिन्नियां बातां ने वो जदों उन्हां दा चित करदा होएगा गुरु हरगोबिंद साहब दा पुछदे ही होणगे ना बाबा बुढ़ा जी भी ओ समय दी भी वारता दसो कोई। खैर वो शख्सियत है जिन्हें 124 सालां दी उम्र व्यतीत की, 124 सालां दे विचों 112 साल गुरु नानक दे घर नूं समर्पित कीते। फिर क्योंकि सारे का सारा जीवन ही जो गुरु आशे मुताबक गुजरिया, गुरु अनुसारी गुजरिया, और अज का पावन उपदेश जिहड़ा है उहदे विच सानू गुरु अमरदास प्रेरणा दिंदे आखदे भी अपना जीवन किते गुरु आशे मुताबक असीं बना लईए। एह मनुआ अत सबल है छड्डे ना किते उपाए, दूजे पाए दुख लाएंदा बहुती दे सजाए, नानक नाम लगे से उबरे हौ मैं शब्द गवाए। ए मनुआ अत सबल है, सबल मतलब बल सहित बड़ा ताकतवर है। ये छड्डे ना किते उपाय, ये अपना बल किसी भी उपाय नाल नहीं छड्डदा, बड़ा ताकतवर है, ये नहीं अपना बल छड्डदा। दूजे भाए सगों दूजे भाए विच सानू भी ला के की करदा, दुख लाएंदा, दुखां विच ला दिंदा। फिर जदों दूजे भाई विच मन ने लाता की बन गया, बहुती मिलै सजाए, फिर सजा बड़ी मिलदी। सतगुरु कहंदे नानक नाम लगे से उबरे, हे नानक जी जेड़े प्रभु जी दे नाम विच लग गए से उबरे वो बच गए। हौ मैं शब्द गवाए, ते गुरु की विचारधारा दे सदका गुरु के शब्द राही हौ मैं जिहड़ी उहनूं गवा लिया। इस तरीके सतगुरु अमरदास साहब जी अज साडे मनां नूं संबोधन करके गुरु की शरण विच पैण दी बात आख रहे कि मना सतगुरु की शरण विच पै के उस मालक दे चिंतन विच जुड़, तां जो किते तेरा भी इस भवजल सागर तो उधार हो जाए, ते साहिब अगे अरदास किते सानू भी करन दी जाच आ जाए। भूले मार्ग जिन्हें बताया ऐसा गुर वड भागी पाया, सिमर मना राम नाम चितारे, बस रहे हिरदै गुर चरण प्यारे। किते साडे भी हिरदे विच साहिब जी दे चरण टिक जाण, तां जो असीं भी अपने मनुखा जीवनां नूं सफल करके जाइए। सतगुरु पातशाह जी रहमत भरिया हथ साडे सबनां दे सिरां उत्ते रखण,
ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਇਹ ਮਨੁਆ ਅਤ ਸਬਲ ਹੈ, ਛੱਡੈ ਨਾ ਕਿਤੈ ਉਪਾਏ। ਦੂਜੈ ਪਾਏ ਦੁਖ ਲਾਏਂਦਾ, ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।